ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਵੀ ਤੋਂ। ਅੱਜ ਹਿਮਾਚਲ ਪ੍ਰਦੇਸ਼ ਦੀ ਧਰਤੀ ਉੱਤੇ ਪਹੁੰਚੇ ਆ ਸ਼ਕਤੀਪੀਠ ਮਾਤਾ ਨੈਣਾ ਦੇਵੀ ਦੇ ਉੱਤੇ ਬਹੁਤ ਰਾਸ਼ ਹੈ ਜਿਹੜਾ ਅੱਜ ਦੇਖਣ ਨੂੰ ਮਿਲਿਆ ਤੇ ਸਾਡੇ ਵਿੱਚ ਪੰਡਿਤ ਜੀ ਮੌਜੂਦ ਆ। ਅੱਜ ਇਹਨਾਂ ਨੇ ਪੂਜਾ ਅਰਜਨ ਵੀ ਕਰਵਾਈ ਹੈ ਤੇ ਪੰਡਿਤ ਜੀ ਤੁਸੀਂ ਕਿਵੇਂ ਦੇਖਦੇ ਹੋ ਅੱਜ ਪੂਜਾ ਅਰਜਨ ਕੀਤੀ ਗਈ ਹੈ ਉਹਦੇ ਵਿੱਚ ਤੇ ਕਿਹਨਾਂ ਦੁਆਰੇ ਜਿਹੜੇ ਪੂਜਾ ਅਰਜਨ ਕੀਤੀ ਗਈ ਹੈ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜਿੰਨੇ ਵੀ ਤੁਹਾਡੇ ਸ਼ਰਧਾਲੂ ਮਾਤਾ ਦੇ ਭਗਤ ਇਸ ਚੈਨਲ ਨੂੰ ਦੇਖ ਰਹੇ ਆ ਉਹਨਾਂ ਸਭੀ ਨੂੰ ਵਾਸਾਂਤਿਕ ਚੈਤਰ ਨਵਰਾਤਰੇ ਦੀ ਹਾਰਦਿਕ ਸ਼ੁਭਕਾਮਨਾ ਦਿੰਦਾ ਹੈ। ਅੱਜ 7ਵਾਂ ਦਿਨ ਹੈਗਾ ਔਰ 7ਵੇਂ ਦਿਨ ਦੀ ਜਿਹੜੀ ਦੇਵੀ ਹੈਗੀ ਉਹ ਕੱਲ ਰਾਤਰੀ ਰੂਪਾ 'ਚ ਹੈਗੀ, ਜੋ ਕਾਲ ਦੀ ਵੀ ਕਾਲ ਹੈਗੀ। ਐਸੀ ਜਿਹੜੀ ਭਗਵਤੀ ਹੈ ਉਹ ਆਪਣੇ ਭਗਤਾਂ ਨੂੰ ਅਭੈ ਦਾ ਵਰਦਾਨ ਦਿੰਦੀ। ਐਸੀ ਮਾਂ ਭਗਵਤੀ ਨੈਣਾ ਮਹਿਸ਼ਮਰਦਨੀ ਦਾ ਸਰੂਪ। ਐਸੇ ਦੇ ਸਮੇਂ ਦੇ ਵਿੱਚ ਅੱਜ ਮਾਤਾ ਕੱਲ ਰਾਤਰੀ ਦਾ ਪੂਜਨ ਅਸੀਂ ਕੀਤਾ ਔਰ ਮਾਤਾ ਦੇ ਲਾਡਲੇ ਜਿਹੜੇ ਭਗਤ ਨੇ ਇਹਨਾਂ ਨੇ ਬੜੇ ਸ਼ਰਧਾ ਭਾਵ ਨਾਲ ਬੜੇ ਸ਼ਾਂਤ ਸੁਭਾਵ ਨਾਲ ਮਾਂ ਭਗਵਤੀ ਦਾ ਸਹਸਰਾਰਚਨ ਕਰਦੇ ਹੋਏ षोडशोपचार आदि इत्यादि जो उपचार है उन्होंने द्वारा माँ भगवती का पूजन किया। मैं माँ भगवती नाल प्रार्थना करदा कि माता के जिन्ने भी भगत माता जी उन्होंने आशीर्वाद देन और सुख शांतियाँ बख्शण ਜੀ। ਤੇ ਸਾਡੇ ਵਿੱਚ ਆਚਾਰੀਆ ਜੀ ਜਿਨ੍ਹਾਂ ਕਿ ਬਹੁਤ ਉੱਚ ਕੋਟੀ ਦੇ ਜਿਹੜੇ ਵਿਦਵਾਨ ਪੰਡਿਤ ਜੀ ਸਾਡੇ ਵਿੱਚ ਮੌਜੂਦ ਆ। ਤੇ ਪੰਡਿਤ ਜੀ ਥੋੜੇ ਦੇ ਇਤਿਹਾਸ ਦੇ ਪੰਨੇ ਫੋਲੀਏ ਤੇ ਮਾਤਾ ਨੈਣਾ ਦੇਵੀ ਦਾ ਥੋੜਾ ਜਿਹਾ ਹਿਸਟਰੀ ਬਾਰੇ ਸਾਨੂੰ ਥੋੜਾ ਦੱਸੋ। ਮਾਤਾ ਜੀ ਦੀ ਹਿਸਟਰੀ ਦੇ ਬਾਰੇ 'ਚ ਮਾਤਾ ਜੀ ਮਹਿਸ਼ਾਸੁਰ ਮਰਦਨੀ ਆ। ਮਹਿਸ਼ਾਸੁਰ ਦਾ ਵੱਧ ਇੱਥੇ ਕੀਤਾ ਗਿਆ ਤੇ ਉਹ ਤੋਂ ਬਾਅਦ ਦੇਵਤਿਆਂ ਨੇ ਉੱਤੋਂ ਜੈਤੂ ਨੇ ਕਹਿ ਕੇ ਫੁੱਲਾਂ ਦੀ ਵਰਖਾ ਕੀਤੀ ਤੇ ਮਾਤਾ ਪਿੰਡੀ ਰੂਪ ਦੇ ਵਿੱਚ ਇੱਥੇ ਬਿਰਾਜਮਾਨ ਹੋਏ। ਇਹ ਇਹਨਾਂ ਦਾ ਇਤਿਹਾਸ ਹੈ ਤੇ ਇਹ ਇਤਿਹਾਸ ਸਾਡੇ ਪੰਜਾਬ ਨਾਲ ਜੁੜਦਾ ਹੋਇਆ ਗੁਰੂ ਗੋਬਿੰਦ ਸਿੰਘ ਤੱਕ ਜਾਂਦਾ ਹੈ। ਉਹਨਾਂ ਨੇ ਸਵਾ ਸੌ ਮਣ ਸਮੱਗਰੀ ਦੇ ਨਾਲ ਇੱਥੇ ਹਵਨ ਕੁੰਡ ਦੇ ਵਿੱਚ ਹਵਨ ਕੀਤਾ, ਬ੍ਰਾਹਮਣ ਪੂਜਨ ਕੀਤਾ ਤੇ ਉਸ ਤੋਂ ਬਾਅਦ ਚੰਡੀ ਦੀ ਵਾਰ ਦਾ ਵੀ ਉਹਨਾਂ ਨੇ ਇੱਥੇ ਹੀ ਲਿਖਾਵਟ ਕੀਤੀ ਹੈ ਤੇ ਆਪਣੇ ਉਹਨਾਂ ਨੇ ਅਜੇ ਵਰਦਾਨ ਜਿਹੜਾ ਪੰਥ ਦੇ ਲਈ ਅਜੇ ਵਰਦਾਨ ਹੈ ਉਹ ਇੱਥੋਂ ਹੀ ਪ੍ਰਾਪਤ ਕੀਤਾ ਸੀ। ਤੇ ਪੰਡਿਤ ਜੀ ਇਹ ਜਿਹੜਾ ਆਪਣਾ ਹਵਨ ਕੁੰਡ ਹੈ ਜੀ, ਹਵਨ ਕੁੰਡ ਦੀ ਜਿਹੜੀ ਭਭੂਤੀ ਹੈ ਸੁਣਨ ਵਿੱਚ ਆਇਆ ਵੀ ਅੱਜ ਤੱਕ ਉਹ ਭਭੂਤੀ ਜਿਹੜੀ ਕੱਢੀ ਨਹੀਂ ਗਈ, ਉਹਦਾ ਕੀ ਦੱਸਿਆ? ਇਹ ਸਵੈਂ ਵਿਸਰਜਿਤ ਕੁੰਡ ਹੈ। ਇਹਦਾ ਕੁੰਡ ਦਾ ਕੋਈ ਥਾਂ ਨਹੀਂ ਹੈ। ਇਹ ਦੇਖਣ ਨੂੰ ਤਾਂ ਹੱਥ ਭਰਦਾ ਹੈ ਪਰ ਇਹਦੇ 'ਚ ਜਿੰਨਾ ਮਰਜ਼ੀ ਹਵਨ ਕੀਤਾ ਜਾਏ ਇਹ ਸਾਰਾ ਅੰਦਰ ਹੀ ਸਮਾ ਜਾਂਦਾ ਹੈ। ਤੇ ਅੱਜ ਨਰਾਤੇ ਜਿਹੜੇ ਚੱਲ ਰਹੇ ਨੇ ਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆ ਰਹੇ? ਸੰਗਤਾਂ ਨਾਲ ਇਹੀ ਬੇਨਤੀ ਹੈ ਪਿਆਰ ਭਾਵਨਾ ਦੇ ਨਾਲ ਮੱਥਾ ਟੇਕਣ। ਇਹ ਬਹੁਤ ਪੁੰਨ ਦਿਨ ਹੁੰਦੇ ਆ। ਇਹਨਾਂ 'ਚ ਦੇਵੀ ਦਾ ਬਹੁਤ ਆਸ਼ੀਰਵਾਦ ਆਪਣੇ ਆਪ ਹੀ ਹੁੰਦਾ ਹੈ ਤੇ ਉਸ ਆਸ਼ੀਰਵਾਦ ਨੂੰ ਉਸ ਤੇਜ ਨੂੰ ਗ੍ਰਹਿਣ ਕਰਕੇ ਆਪਣੀ ਮਾਨਸਿਕ ਤੇ ਸਰੀਰਕ ਸ਼ੁੱਧੀ ਕਰਕੇ ਅੱਗੇ ਜੋ ਹੁਣ ਨਵਾਂ ਸਾਲ ਚੱਲਣਾ ਹੈ ਉਹਦੇ 'ਚ ਆਪਣੇ ਸਾਰੇ ਮਨੋਰਥਾਂ ਨੂੰ ਪੂਰਨ ਕਰਨ ਵਾਸਤੇ ਇੱਥੇ ਆਉਣ ਤੇ ਆਪਣੀ ਭਗਤੀ ਭਾਵਨਾ ਨਾਲ ਪੂਰਾ ਆਸ਼ੀਰਵਾਦ ਲੈ ਕੇ ਮਾਤਾ ਜੀ ਦੇ ਉਹ ਆਪਣੇ ਸਾਰੇ ਸੰਸਾਰਿਕ ਕਾਰਜ ਕਰਨ। ਤੇ ਪੰਡਿਤ ਜੀ ਮੈਂ ਤੁਹਾਨੂੰ ਹੋਰ ਗੱਲ ਪੁੱਛਣੀ ਚਾਹੁੰਦਾ ਜੀ, ਅਕਸਰ ਕੀ ਹੁੰਦਾ ਜੀ ਬਹੁਤ ਦੁਨੀਆ ਆਉਂਦੀ, ਅਸੀਂ ਵੀ ਕਈ ਕੁਐਸਚਨ ਕਰ ਚੁੱਕੇ ਲੋਕਾਂ ਨੂੰ ਵੀ ਮਾਤਾ ਦਾ ਜਿਹੜਾ ਪ੍ਰਸ਼ਾਦ ਲੱਗਿਆ ਜਾਂਦਾ, ਪ੍ਰਸ਼ਾਦ ਦਾ ਜਿਹੜਾ ਭੋਗ ਲਾਇਆ ਜਾਂਦਾ ਵੀ ਕਿਆ ਤੁਸੀਂ ਉਹ ਲੱਤਾ, ਪਰ ਲੋਕਾਂ ਨੂੰ ਬਹੁਤ ਅੱਜ ਕੱਲ੍ਹ ਕੀ ਹੁਣ ਤੱਕ ਕਈ ਬੰਦੇ ਨੂੰ ਇਦਾਂ ਦੇ ਪਤਾ ਨਹੀਂ ਹੈਗਾ ਤੇ ਜਿਹੜਾ ਭੋਗ ਲੱਗਣ ਦੀ ਜਿਹੜੀ ਵਿਧੀ ਹੈ ਔਰ ਪ੍ਰਸ਼ਾਦ ਹੈ ਉਹ ਕਦੋਂ ਮਿਲਦਾ ਜੀ? ਦੇਖੋ ਜੀ, ਜੇ ਤੁਸੀਂ ਨੈਣਾ ਦੇਵੀ ਮੰਦਿਰ ਦੀ ਗੱਲ ਕਰੋ, ਨੈਣਾ ਦੇਵੀ ਮੰਦਿਰ ਦੇ ਵਿੱਚ 5 ਆਰਤੀਆਂ ਹੁੰਦੀਆਂ ਸਵੇਰ ਤੋਂ ਲੈ ਕੇ ਮੰਗਲ ਆਰਤੀ ਤੋਂ ਲੈ ਕੇ ਰਾਤੀ ਸ਼ਾਇਨ ਦੀ ਆਰਤੀ ਤੱਕ ਜੋ ਹੈ ਉਹ 5 ਟਾਈਮ ਮਾਤਾ ਨੂੰ ਭੋਗ ਲੱਗਦਾ। ਸਾਤਵਿਕ ਭੋਗ ਤੋਂ ਲੈ ਕਰਕੇ ਰਾਸਿਕ ਭੋਗ ਤੱਕ ਦੀ ਸਥਿਤੀ ਜਾਂਦੀ ਔਰ ਸਰਵਪ੍ਰਥਮ ਮੰਗਲ ਆਰਤੀ 'ਚ ਤੁਹਾਨੂੰ ਪੰਜਵੇਂ ਵੇ ਦਾ ਭੋਗ ਮਿਲੇਗਾ। ਉਸ ਤੋਂ ਬਾਅਦ ਜਿਹੜੀ 6:30 ਵਜੇ ਇਸ਼ਨਾਨ ਆਰਤੀ ਹੁੰਦੀ ਉਹਦੇ 'ਚ ਤੁਹਾਨੂੰ ਹਲਵਾ ਤੇ ਬਰਫੀ ਦਾ ਭੋਗ ਮਿਲੇਗਾ ਔਰ ਦੁਪਹਿਰ ਨੂੰ ਪੂਰਾ ਰਾਸਿਕ ਭੋਗ ਮਿਲੇਗਾ ਜਿਸ ਚਾਵਲ ਦਾਲਾਂ ਨਾਨਾ ਪ੍ਰਕਾਰ ਦੇ ਜੋ ਸਾਡੇ ਇੱਥੇ ਦੀ ਵਿਧੀਆਂ ਹੈ ਪਕਵਾਨ ਬਣਾਉਣੇ ਦੀ ਉਸ ਰਾਸਿਕ ਭੋਜਨ ਜੋ ਹੈ ਉਹ ਤਿਆਰ ਕੀਤਾ ਜਾਂਦਾ ਔਰ ਸ਼ਾਮ ਨੂੰ 6:30-7 ਵਜੇ ਫਿਰ ਸ਼ਿੰਗਾਰ ਆਰਤੀ ਹੁੰਦੀ, ਉਸ 'ਚ ਮਾਤਾ ਜੀ ਦਾ ਇਸ਼ਨਾਨ ਹੁੰਦਾ, ਉਸ 'ਚ ਚਨੇ ਔਰ ਪੂਰੀ ਦਾ ਭੋਗ ਲੱਗਦਾ ਔਰ ਰਾਤ ਨੂੰ ਸ਼ਾਇਨ ਦੇ ਸਮੇਂ ਮਾਤਾ ਨੂੰ ਦੁੱਧ ਔਰ ਫਲ ਦਾ ਜੋ ਹੈ ਭੋਗ ਲੱਗਦਾ। ਇਹ ਸੰਪੂਰਨ ਦਿਨ ਦੀ ਜੋ ਸਾਡੇ ਇੱਥੇ ਦੀ ਆਰਤੀਆਂ ਦਾ ਜੋ ਕ੍ਰਮ ਹੈ ਉਸ 'ਚ ਇਹੀ ਵਿਧੀ ਆਉਂਦੀ ਹੈ। ਤੇ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਜੀ, ਜਿਹੜਾ ਮਾਤਾ ਜੀ ਨੂੰ ਇਸ਼ਨਾਨ ਕਰਨ ਵਾਸਤੇ ਜਲ ਹੈ ਜਿਹੜਾ ਉਹ ਕਿੱਥੋਂ ਆਉਂਦਾ ਜੀ? ਮਾਤਾ ਜੀ ਦਾ ਦੇਖੋ ਇਹ ਸੰਪੂਰਨ ਖੇਤਰ ਹੈ, ਨੈਣਾ ਮਹਿਸ਼ਮਰਦਨੀ ਖੇਤਰ ਹੈ, ਤਾਰਾਲय ਪੀਠ ਹੈ। ਇਹ ਜਿਹੜਾ ਪਵਨ ਤੁਹਾਨੂੰ ਦਿਖਾਈ ਦੇਦਾ ਕਿ ਇਹ ਖੇਤਰ ਕੇਵਲ ਇਤਨਾ ਹੀ ਨਹੀਂ ਹੈ, ਇਹ 12.5 ਯੋਜਨ ਜਿਹੜਾ ਹੈ ਇੱਕ ਖੇਤਰ ਜਿਹੜਾ ਇਹ ਫੈਲਿਆ ਹੋਇਆ ਪੂਰਬ ਦੀ ਔਰ ਵੀ 12.5
योजन, उत्तर भी, दक्षिण भी और पश्चिम भी, ये चारों दिशा की ओर 12.5 योजन का जिहड़ा क्षेत्र है, ये नैना माँ भगवती का महिषालय जो तारालय पीठ है, क्योंकि देवी ने उस टाइम कहा है, देवी ने भगवान शंकर, क्योंकि भगवान शंकर ने देवी ते प्रश्न किया सीगा कि देवी तुसी दसो किहड़ा ऐसा जिहड़ा पुण्य तीर्थ है जिथे जाने नाल सानू पुण्य की प्राप्ति हुंदी। तां माँ भगवती दी जो है वो स्तुति भगवान शंकर ने माता के रूप च की। मातर नमामि भवभंजन ज्ञान रूपे ब्रह्मैक रूपे जगदादि रूपे। माँ भगवती आप जगत की ही रूप हैं, ये जगत आपका ही रूप है, आप ब्रह्मैक रूप हैं। ऐसा करके भगवान शंकर ने माता के रूप में भगवती को प्रणाम किया और भगवती ने प्रसन्न होकर इस वरदान के रूप में भगवान शंकर को यह कथानक सुनाया था। जो महिषालय पीठ का जो महात्म्य है, ये जो है भगवान शंकर को भगवती ने सुनाया था। और वहाँ भगवती कहती है कि अस्त्युत्तरस्याम दिशि, उत्तर दिशा में एक ऐसा पुण्य तीर्थ है जिसको नगाधिराज कहा गया है। वो श्रृंग, इस पूरी श्रृंखला का सर्वोत्तम श्रृंग है जहाँ पर महाभगवती विराजमान होती है। ऐसे श्रृंग पर विराजमान भगवती सबका कल्याण करती है। ਤੇ ਪੰਡਿਤ ਜੀ ਇੱਕ ਗੱਲ ਹੋਰ, ਅਕਸਰ ਅਸੀਂ ਸੁਣਨ ਵਿੱਚ ਆਉਂਦਾ ਹੈ ਵੀ ਜਿਹੜੀ ਮਾਤਾ ਜਵਾਲਾ ਜੀ ਹੈ ਉਰੇ ਨੈਣਾ ਦੇ ਵਿੱਚ ਦਰਸ਼ਨ ਦੇਣ ਵਾਸਤੇ ਆਉਂਦੀ ਹੈ, ਉਹਦਾ ਕੋਈ ਟਾਈਮ ਟੇਬਲ ਹੈ ਜੀ? जी नहीं, देखो ये ईश्वरीय शक्तियाँ, ईश्वरीय चमत्कार ਨੂੰ ਤੁਸੀਂ किसी समय नाल नहीं बात सकते, ਇਹਦਾ ਕੋਈ समय नहीं है। हाँ, इन्ना जरूर कहेंगे कि कुछ पर्यावरण विशेष बनता, कुछ हवाओं का कुछ विशेष दिशा ते आगमन हुंदा, बहुत तेज बरखा हुंदी है ना, पर्यावरण कुछ इस प्रकार का पहले गंभीर हो जाता, फिर वो सामान्य हो जाता। फिर ऐसी स्थिति च तुसी मंदिर के किसी भी प्रांगण के किसी भी स्थान च तुसी जाओ, तुसी बर्फी और फुल लेके जाओ तो माँ भगवती ज्वाला माता का थानू जो है वो दर्शन करने को मिलेगा। लेकिन थोड़े चैनल के माध्यम नाल मैं एक जरा गल जरूर होर कहना चाहता कि देखो, सामान्य परिस्थिति च एक चमत्कार लेंदे हुए तुसी अगर मात्र ज्वालामुखी का ऐसा स्वरूप देखना चाहते तो वो ठीक है, लेकिन उसके ऊपर अगर तुसी उन्होंने शुभता के तौर रूप पर लेंदे है कि वो शुभ है इत्थे आना, तो ऐसा मैं कभी भी नहीं कह सकता। क्योंकि साडी परंपरा च कहा गया कि नैना देवी अगर कोई संकट आना होवे, ऐसी स्थिति च माँ भगवती ज्वाला माता जो है वो अपनी भैन माँ भगवती नैना महेश्वर दे नाल मिलने आंदी। ਆਸ ਕਰਦੇ ਹਾਂ ਵੀ ਅੱਜ ਦੀ ਜਿਹੜੀ ਵੀਡੀਓ ਪੰਡਿਤ ਜੀ ਨੇ ਬਹੁਤ ਵਿਸਤਾਰਪੂਰਵਕ ਦੇ ਨਾਲ ਸਾਨੂੰ ਜਿਹੜੀਆਂ ਜਾਣਕਾਰੀਆਂ ਦਿੱਤੀਆਂ, ਕਿਵੇਂ ਕਿਵੇਂ ਉਰੇ ਜਿਹੜਾ ਪ੍ਰਸ਼ਾਦ ਦਾ ਭੋਗ ਲੱਗਦਾ ਹੈ, ਕਿਵੇਂ ਕਿਵੇਂ। ਅੱਛਾ ਪੰਡਿਤ ਜੀ, ਇੱਕ ਗੱਲ ਹੋਰ, ਜਿਹੜਾ ਉਰੇ ਮੰਦਿਰ ਖੁੱਲ੍ਹਣ ਦਾ, ਜਿਹੜੇ ਕਪਾਟ ਖੁੱਲ੍ਹਣ ਦਾ ਜਿਹੜਾ ਟਾਈਮਿੰਗ ਹੈ ਉਹ ਕੀ ਹੈ जी? सामान्य दिनों जो टाइमिंग है वो सवेरे है 3:30 बजे आरती होकर 4 बजे मंदिर खुल जाता, और रात को 9:30 बजे आरती होकर शयन आरती होकर 10 बजे मंदिर बंद हो जाता। लेकिन भीड़ को देखते हुए, भक्तां दे आगमन को देखते हुए प्रशासनिक ये कुछ समय बदलाव किया गया और परंपरा दे नाल उहदा समन्वय बिठाया गया। और उसके बाद हुण इस टाइम जो स्थिति है वो रात को 11:30 बजे 12 बजे मंदिर बंद हुंदा और सवेरे 2 बजे मंदिर फिर दोबारा खोल दिता जाता। हुण कई आरतियां सानू इहो जिहियां हुंदियां जो सानू इकट्ठियां करने पैंदियां, शाम की आरती, स्नान आरती, शयन की आरती और मंगला आरतियां, 3 आरतियां सानू इकट्ठे करने पैंदियां। जिहड़ी दोपहर की आरती है, जिहड़ी 2 आरतियां वो सानू अलग करने पैंदियां। इस तरह का क्रम चलदा ਜੀ। ਧੰਨਵਾਦ ਜੀ, ਬਹੁਤ ਬਹੁਤ। ਅੱਜ ਪੰਡਿਤ ਜੀ ਨੇ ਬਹੁਤ ਵਿਸਤਾਰਪੂਰਵਕ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਹੈ। ਅੱਜ ਦੀ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ, ਸਟਾਰ ਟੀਮ ਦੇ ਨੇ ਕਿਰਪਾਲ ਸਿੰਘ ਲੋਗੜ।